ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਜਗਤ ਦੇ ਜਿੰਨੇ ਵੀ ਜੀਵ ਨੇ ਸਾਰਿਆਂ ਨੂੰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਸੋ ਗੁਰਮੁਖ ਪਿਆਰਿਓ, ਉਸ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਜਿੱਥੇ ਸਰੀਰਕ ਰੂਪ ਵਿੱਚ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀ, ਉੱਥੇ ਉਹਨਾਂ ਦੇ ਨਾਲ ਅੰਦਰ ਕੈਦ ਵਿੱਚ ਰਹਿ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਉਹ ਮਨ ਦੀ ਕਹਾਣੀ ਸੁਣਾਈ ਕਿ ਸਾਡਾ ਮਨ ਵੀ ਕਿਵੇਂ ਇਹਨਾਂ ਪੰਜਾਂ ਦੇ ਜੋ ਕਾਮ, ਕ੍ਰੋਧ, ਲੋਭ, ਹੰਕਾਰ ਨੇ ਉਹਨਾਂ ਦੇ ਬੰਦੀ ਖਾਨੇ ਵਿੱਚ ਕੈਦ ਹੈ, ਉਹਨਾਂ ਨੂੰ ਆਜ਼ਾਦ ਕਰਾਉਣ ਦੀ, ਮਨਾਂ ਨੂੰ ਆਜ਼ਾਦ ਕਰਾਉਣ ਦੀ ਜੁਗਤ ਦੱਸੀ ਸਤਿਗੁਰਾਂ ਨੇ। ਸੋ ਉਸ ਦਿਨ ਇੱਕ ਹੋਰ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਨੂੰ ਦੀਵਾਲੀ ਆਖ ਦਿੰਦੇ ਹਨ। ਹੁਣ ਜੋ ਗੁਰਮੁਖ ਮਨਾਉਂਦੇ ਹਨ ਬੰਦੀ ਛੋੜ ਦਿਵਸ, ਸੋ ਉੱਥੇ ਹੀ ਕੁਝ ਜੀਵ ਦੀਵਾਲੀ ਵੀ ਮਨਾਉਂਦੇ ਆ ਤੇ ਦੀਪ ਜਲਾ ਕੇ ਉੱਥੇ ਫਿਰ ਸ਼ਬਦ ਲਾ ਦਿੰਦੇ ਹਨ ਕਿ ਦੀਵਾਲੀ ਕੀ ਰਾਤ ਦੀਵੇ ਬਾਲੀਆਂ। ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਹੈ ਸ਼ਬਦ ਜਿਹੜਾ ਦੀਵਾਲੀ ਕੀ ਰਾਤ ਦੀਵੇ ਬਾਲੀਆਂ। ਲੇਕਿਨ ਇਸ ਸ਼ਬਦ ਦਾ ਸਾਨੂੰ ਸਹੀ ਮੀਨਿੰਗ ਨਹੀਂ ਪਤਾ ਕਿ ਸ਼ਬਦ ਦਾ ਮਤਲਬ ਕੀ। ਅਸੀਂ ਲਾ ਤੇ ਦਿੰਦੇ ਹਾਂ, ਅਸੀਂ ਸਮਝ ਲਿਆ ਵੀ ਇਹ ਕਿਹਾ ਗਾ ਕਿ ਦੀਵਾਲੀ ਕੀ ਰਾਤ ਦੀਵੇ ਬਾਲਣ ਕੇ ਦੀਵੇ ਬਾਲੋ ਦੀਵਾਲੀ ਦੀ ਰਾਤ। ਪਰ ਆਓ ਅਸੀਸ ਦਿਓ, ਸਤਿਗੁਰ ਕਿਰਪਾ ਕਰਨ ਕਿ ਆਪਾਂ ਜਿੰਨੀ ਕੁ ਮਤ ਹੈ ਉਸ ਮਤ ਦੁਆਰਾ ਆਪਾਂ ਇਸ ਸਾਰੇ ਸ਼ਬਦ ਦੀ ਸਾਰੇ ਹੀ ਆਪਾਂ ਰਲ ਮਿਲ ਕੇ ਸਾਂਝ ਪਾਈਏ। ਸੋ ਉੱਥੇ ਭਾਈ ਗੁਰਦਾਸ ਜੀਆਂ ਨੇ ਆਪਾਂ ਨੂੰ ਇਹ ਸਮਝਾਇਆ, ਕਿਉਂਕਿ ਇੱਥੇ ਇੱਕ ਗੁਰਮੁਖ ਦੀ ਕਹਾਣੀ ਦੱਸੀ ਆ। ਸੰਸਾਰ ਵਿੱਚ ਜਿਹੜੇ ਭਗਤੀ ਕਰਦੇ, ਸਿਮਰਨ ਕਰਦੇ, ਅਭਿਆਸ ਕਰਦੇ, ਜਿਹੜੇ ਅੰਦਰੋਂ ਸ਼ਬਦ ਨਾਮ ਨੂੰ ਸੁਣਦੇ ਨੇ, ਐਸੇ ਗੁਰਮੁਖ ਦੀ ਕਹਾਣੀ ਦੱਸੀ ਹੋਈ ਇਸ ਸ਼ਬਦ ਦੇ ਵਿੱਚ। ਉੱਥੇ ਭਾਈ ਗੁਰਦਾਸ ਜੀ ਸਮਝਾਉਂਦੇ ਆ ਕਿ ਦੀਵਾਲੀ ਦੀ ਰਾਤ ਦੇ ਜਿਵੇਂ ਦੀਵੇ ਬਾਲੇ ਜਾਂਦੇ ਹਨ ਤੇ ਉਸ ਦੀਵੇ ਦਾ ਜਿਹੜਾ ਚਾਨਣ ਹੈ ਉਹ ਸੀਮਤ ਸਮੇਂ ਤੱਕ ਰਹਿੰਦਾ ਹੈ, ਕੁਝ ਸਮੇਂ ਤੱਕ ਰਹਿੰਦਾ ਹੈ। ਕਿੰਨੇ ਸਮੇਂ ਤੱਕ ਰਹਿੰਦਾ ਕਿ ਜਿੰਨਾ ਚਿਰ ਉਸ ਦੀਵੇ ਦੇ ਵਿੱਚ ਤੇਲ ਹੈ। ਜਿਵੇਂ ਸਤਿਗੁਰਾਂ ਗੁਰਬਾਣੀ ਵਿੱਚ ਵੀ ਸਮਝਾਇਆ ਕਿ ਜਿਹੜਾ ਸਰੀਰ ਹੈ ਇੱਕ ਦੀਵਾ ਤੇ ਇਹਦੇ ਵਿੱਚ ਆ ਸਵਾਸ ਆਰੇ ਤੇਲ ਆ, ਤੇ ਜਿੰਨਾ ਚਿਰ ਇਹ ਸਰੀਰ ਰੂਪੀ ਦੀਵੇ ਦੇ ਵਿੱਚ ਸਵਾਸਾਂ ਰੂਪੀ ਤੇਲ ਹੈ ਉਹਨਾਂ ਚਿਰ ਸਾਨੂੰ ਸੰਸਾਰ ਤੇ ਸਾਰੀ ਸੋਝੀ ਮਿਲਦੀ ਹੈ। ਕਿਉਂਕਿ ਆਪਾਂ ਗੁਰਬਾਣੀ ਵਿੱਚ ਸਤਿਗੁਰ ਸਾਨੂੰ ਗਿਆਨ ਬਖਸ਼ਿਸ਼ ਕਰਦੇ ਆ ਨਾ ਕਿ ਜਬ ਲਗ ਤੇਲ ਦੀਵਾ ਮੁਖ ਬਾਤੀ ਤਬ ਸੂਝੇ ਸਭ ਕੋਈ, ਤੇਲ ਜਲੀ ਬਾਤੀ ਠਹਿਰਾਨੀ ਸੁੰਨਾ ਮੰਦਰ ਹੋਈ। ਕਿ ਤੇਲ ਜਲ ਗਿਆ, ਸੜ ਗਿਆ ਤੇ ਘਰ ਖਾਲੀ ਹੋ ਜਾਂਦਾ ਆ, ਹਨੇਰਾ ਹੋ ਜਾਂਦਾ। ਇੱਥੇ ਭਾਈ ਗੁਰਦਾਸ ਜੀ ਸਮਝਾ ਰਹੇ ਆ ਕਿ ਜਿਹੜਾ ਦੀਵਾ ਆ, ਦੀਵੇ ਦਾ ਚਾਨਣ ਕੁਝ ਸਮੇਂ ਵਾਸਤੇ ਸੀਮਤ ਹੁੰਦਾ ਆ। ਤਾਈਓ ਕਹਿੰਦੇ ਦੀਵਾਲੀ ਦੀ ਰਾਤ ਦੀਵੇ ਬਾਲਿਆਨ। ਅੱਗੇ ਸਮਝਾ ਰਿਹਾ ਕਿ ਚੰਦਰਮਾ ਦੇ ਉੱਪਰ ਜਿਹੜੇ ਤਾਰੇ ਨੇ ਉਹ ਚੜ੍ਹਦੇ ਨੇ, ਅਸਮਾਨ ਦੇ ਉੱਪਰ ਤਾਰੇ ਚੜ੍ਹਦੇ ਨੇ। ਤਾਰਿਆਂ ਦੀ ਟਿਮਟਮਾਹਟ ਜਿਹੜੀ ਹੁੰਦੀ ਆ, ਉਹਨਾਂ ਦੀ ਸੁੰਦਰਤਾ ਜਿਹੜੀ ਹੁੰਦੀ ਆ, ਉਹ ਵੀ ਕੁਝ ਸਮੇਂ ਵਾਸਤੇ ਸੀਮਤ ਹੁੰਦੀ ਆ। ਕਿਉਂਕਿ ਸਤਿਗੁਰੂ ਗੁਰਬਾਣੀ ਵਿੱਚ ਵੀ ਸਮਝਾ ਰਹੇ ਨੇ ਆਪਾਂ ਨੂੰ, ਕਹਿੰਦੇ ਭਾਵੇਂ ਹਜ਼ਾਰਾਂ ਸੂਰਜ ਚੜ੍ਹ ਜਾਣ, ਭਾਵੇਂ 100 ਦੇ ਹਿਸਾਬ ਨਾਲ ਚੰਦਰਮਾ ਵੀ ਚੜ੍ਹ ਜਾਣ, ਜੇ ਸੋ ਚੰਦਾ ਉਗ ਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਉਹਨਾਂ ਸਮਝਾਇਆ ਕਿ ਗੁਰੂ ਤੋਂ ਬਗੈਰ, ਉਸ ਸ਼ਬਦ ਗੁਰੂ ਤੋਂ ਬਗੈਰ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੀ ਰਹਿੰਦਾ ਹੈ। ਸਾਡੇ ਅੰਦਰ ਉਹ ਗਿਆਨ ਦਾ ਜਿਹੜਾ ਚਾਨਣ ਕਦੀ ਨਹੀਂ ਹੋ ਸਕਦਾ। ਇੱਥੇ ਵੀ ਇਹਨਾਂ ਭਾਈ ਗੁਰਦਾਸ ਜੀ ਹੁਣਾਂ ਇਹ ਸਮਝਾਇਆ, ਕਹਿੰਦੇ ਤਾਰੇ ਜਾਤ ਸਨਾਤ ਅੰਬਰ ਭਾਲੇਨ। ਫਿਰ ਅੱਗੇ ਕੀ ਸਮਝਾਉਂਦੇ, ਕਹਿੰਦੇ ਜਿਹੜਾ ਫੁੱਲ ਹੈ, ਸਾਨੂੰ ਫੁੱਲ ਦੀ ਸੁੰਦਰਤਾ ਬੜੀ ਚੰਗੀ ਲੱਗਦੀ, ਫੁੱਲ ਦੀ ਖੁਸ਼ਬੂ ਬੜੀ ਵਧੀਆ ਲੱਗਦੀ ਹੈ। ਲੇਕਿਨ ਫੁੱਲ ਦੀ ਸੁੰਦਰਤਾ ਤੇ ਫੁੱਲ ਦੀ ਖੁਸ਼ਬੂ ਵੀ ਕੁਝ ਸਮੇਂ ਵਾਸਤੇ ਸੀਮਤ ਹੁੰਦੀ ਹੈ। ਆਪਾਂ ਚੁਣ ਚੁਣ ਕੇ ਫੁੱਲ ਵੱਖਰੇ ਵੱਖਰੇ ਬਾਗ ਬਗੀਚਿਆਂ ਵਿੱਚੋਂ ਤੋੜ ਕੇ ਲਿਆਉਂਦੇ ਹਨ। ਕੁਝ ਸਮੇਂ ਬਾਅਦ ਉਹਨਾਂ ਦੀ ਖੁਸ਼ਬੂ ਵੀ ਖਤਮ ਹੋ ਜਾਂਦੀ ਹੈ ਤੇ ਉਹਨਾਂ ਦੀ ਸੁੰਦਰਤਾ ਵੀ, ਕਿਉਂਕਿ ਉਹ ਮੁਰਝਾ ਜਾਂਦੇ ਆ। ਤਾਂ ਹੀ ਭਾਈ ਗੁਰਦਾਸ ਜੀ ਆਪਾਂ ਨੂੰ ਸਮਝਾਉਂਦੇ, ਕਹਿੰਦੇ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੇਨ। ਫਿਰ ਜਿਵੇਂ ਕਹਿੰਦੇ ਆ ਕਿ ਕੁਝ ਲੋਕ ਤੀਰਥਾਂ ਤੇ ਚਲੇ ਜਾਂਦੇ ਨੇ ਇਸ਼ਨਾਨ ਕਰਨ ਵਾਸਤੇ, ਲੇਕਿਨ ਤਨ ਦਾ ਇਸ਼ਨਾਨ ਕਰਦੇ ਨੇ। ਮਹਾਰਾਜ ਸਮਝਾਉਂਦੇ ਆ ਕਿ ਮੈਲ ਤਾਂ ਮਨ ਨੂੰ ਲੱਗੀ ਸੀ। ਉੱਥੇ ਸਤਿਗੁਰ ਵੀ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਬਖਸ਼ਿਸ਼ ਕਰਦੇ ਆ ਨਾ
ਕਿ ਹੁਣ ਮਨ ਦੇ ਉੱਪਰ ਮੈਲ ਜਿਹੜੀ ਆ, ਮਨ ਨੇ ਜਿਹੜਾ ਪਾਪ ਕੀਤਾ ਸੀ, ਪਾਪਾਂ ਰੂਪੀ ਮੈਲ, ਪਾਪ ਪੰਜਾਂ ਦੇ ਵਸ ਵਿੱਚ, ਕਾਮ ਕ੍ਰੋਧ ਮੋਹ ਹੰਕਾਰ ਦੇ ਵਸ ਵਿੱਚ ਹੋ ਕੇ ਅੰਦਰੋਂ ਮਨ ਪਾਪ ਕਰਦਾ ਰਿਹਾ, ਤੇ ਤੀਰਥ ਨਹਾ ਕੇ ਜਾ ਕੇ ਕਹਿੰਦਾ ਕਿ ਮੇਰੇ ਸਾਰੇ ਪਾਪ ਉਤਰ ਗਏ। ਲੇਕਿਨ ਗਿਆਨ ਨਹੀਂ ਆਇਆ, ਇਸ਼ਨਾਨ ਤਨ ਦਾ ਕਰਕੇ, ਤੇ ਕਹਿੰਦਾ ਮੇਰੇ ਪਾਪ ਉਤਰ ਗਏ। ਉੱਥੇ ਮਹਾਰਾਜ ਜੀ ਵੀ ਆਪਾਂ ਨੂੰ ਗੁਰਬਾਣੀ ਸਮਝਾਉਂਦੇ ਨੇ, ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਇੱਥੇ ਵੀ ਆਪਾਂ ਨੂੰ ਭਾਈ ਗੁਰਦਾਸ ਜੀ ਸਮਝਾਉਂਦੇ ਕਿ ਜਿਵੇਂ ਤੀਰਥਾਂ ਤੇ ਚਲੇ ਜਾਂਦੇ ਹਨ, ਤੀਰਥਾਂ ਤੇ ਜਾ ਕੇ ਸਾਡੇ ਨੇਤਰ ਨੇ ਬਗਾਨਾ ਧਨ ਤੇ ਬਗਾਨਾ ਤਨ ਦੇਖਦੇ ਨੇ, ਤੇ ਇਹ ਰੱਜਦੇ ਨਹੀਂ, ਕਿਉਂਕਿ ਪਾਤਸ਼ਾਹ ਗੁਰਬਾਣੀ 'ਚ ਕਹਿੰਦੇ ਨੇ, ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸੇ, ਇਹ ਰੱਜਦੇ ਨਹੀਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਜਿਹੜਾ ਸਾਡਾ ਮਨ ਹੈ ਉਹ ਮਾਇਆ ਦੇ ਵਿੱਚ ਫਸਿਆ ਹੋਇਆ। ਮਾਇਆ ਦਾ ਭਾਵ ਜੋ ਇਹ ਸਾਰਾ ਕੁਝ ਸੰਸਾਰ ਤੇ ਆਕਾਰ ਨਜ਼ਰ ਆਉਂਦੇ ਨੇ, ਸਭ ਮਾਇਆ ਹੈ। ਹੁਣ ਉਹਨੂੰ ਹਰ ਚੰਦੋਰੀ ਆਖ ਦਿੱਤਾ ਉਹਨਾਂ ਨੇ। ਕਹਿੰਦੇ ਇਸ ਹਰ ਚੰਦੋਰੀ ਦਾ ਆਨੰਦ ਲੈ ਲੈ ਕੇ ਵੀ ਮਨ ਜਿਹੜਾ ਰੱਜਦਾ ਨਹੀਂ। ਕਹਿੰਦੇ ਹਰ ਚੰਦੋਰੀ ਝਾਤ ਵਸਾਏ ਉਚਾਲਿਆਨ। ਲੇਕਿਨ ਅਖੀਰ ਵਿੱਚ ਗੱਲ ਕੀਤੀ ਐਸੇ ਗੁਰਮੁਖਾਂ ਦੀ। ਕਹਿੰਦੇ ਜਿਹੜੇ ਗੁਰਮੁਖ ਹੁੰਦੇ ਨੇ, ਉਹਨਾਂ ਨੂੰ ਐਸੀ ਸ਼ਬਦ ਦੀ ਅੰਦਰ, ਜਿਹਨੂੰ ਨਾਮ ਆਖ ਦਿੱਤਾ, ਐਸੀ ਦਾਤ ਮਿਲ ਜਾਂਦੀ ਆ, ਜਿਹਨੂੰ ਸਤਿਗੁਰ ਕਹਿੰਦੇ ਗੁਰਬਾਣੀ ਦੇ ਵਿੱਚ, ਸਤਿਗੁਰ ਸ਼ਬਦ ਉਜਾਰੋ ਦੀਪਾ। ਕਹਿੰਦੇ ਸ਼ਬਦ ਦਾ ਚਾਨਣ ਕਰੋ, ਅੰਦਰ ਗਿਆਨ ਦਾ ਚਾਨਣ ਕਰੋ। ਕਹਿੰਦੇ ਐਸੇ ਗੁਰਮੁਖ ਫਿਰ ਉਸ ਸ਼ਬਦ ਦਾ ਚਾਨਣ ਕਰਦੇ ਨੇ, ਫਿਰ ਉਸ ਚਾਨਣ ਦਾ ਆਨੰਦ ਮਾਣਦੇ ਨੇ, ਨਾ ਕਿ ਦੀਵੇ ਦੇ ਚਾਨਣ ਵਾਸਤੇ ਕੁਝ ਸਮੇਂ ਵਾਸਤੇ। ਭਾਈ ਗੁਰਦਾਸ ਜੀ ਸਮਝਾਉਂਦੇ ਆ, ਕਹਿੰਦੇ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲਿਆਨ। ਕਹਿੰਦੇ ਐਸੇ ਗੁਰਮੁਖਾਂ ਨੂੰ ਐਸੀ ਦਾਤ ਮਿਲਦੀ ਆ ਉਹ ਸ਼ਬਦ ਦੀ, ਕਿ ਉਹ ਹਮੇਸ਼ਾ ਸੁਖ ਮਾਣਦੇ ਆ, ਇੱਥੇ ਵੀ ਤੇ ਪਰਲੋਕ ਵਿੱਚ ਵੀ। ਜਿਹਨੂੰ ਸਤਿਗੁਰ ਵੀ ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਨੇ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੋ ਆਪਾਂ ਇਹ ਦੇਖਣਾ ਕਿ ਆਪਾਂ ਸ਼ਬਦ ਦਾ ਉਜਾਰਾ ਆਪਣੇ ਅੰਦਰ ਕਰਨਾ, ਸਤਿਗੁਰਾਂ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗਿਆਨ ਦਾ ਚਾਨਣ ਅੰਦਰ ਕਰਨਾ, ਉਹ ਦੀਪ ਜਲਾਉਣਾ ਆਪਾਂ ਅੰਦਰ, ਉਹ ਸ਼ਬਦ ਦਾ ਦੀਪ, ਉਹ ਨਾਮ ਦਾ ਦੀਪ ਆਪਾਂ ਆਪਣੇ ਅੰਦਰ ਜਗਾਉਣਾ, ਜਿਸ ਨੂੰ ਸ਼ਬਦ ਨੂੰ ਜਗਾਉਣ ਵਾਸਤੇ ਮਹਾਰਾਜ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਮਨ ਸਜਾਮਾ ਦੇ ਕੇ ਸੰਸਾਰ ਦੇ ਵਿੱਚ ਭੇਜਿਆ। ਸੋ ਇਸ ਕਰਕੇ ਕਿਰਪਾ ਕਰਿਆ ਕਰੀਏ, ਆਪਾਂ ਕੋਈ ਵੀ ਸ਼ਬਦ ਆ ਪਹਿਲੋਂ ਉਹਦਾ ਆਪਾਂ ਮੀਨਿੰਗ, ਮਤਲਬ ਸਮਝਿਆ ਕਰੀਏ, ਫਿਰ ਆਪਾਂ ਉਸ ਨੂੰ ਬੋਲ ਕੇ ਤੇ ਉੱਤੇ ਜੋ ਵੀ ਆਪਾਂ ਬਣਾਉਣਾ ਹੁੰਦਾ ਉਹ ਬਣਾਇਆ ਕਰੀਏ। ਸੋ ਇੰਨੇ ਹੀ ਵਿਚਾਰ ਕਰਦੇ ਹਾਂ। ਕੋਈ ਵੀ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਆਪ ਸਾਰੇ ਗੁਰਮੁਖ ਬਖਸ਼ਣ ਯੋਗ ਜੀ, ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।